ਗ੍ਰੈਂਡ ਮੈਨਰ ਹੋਮਸ ਪ੍ਰੋਜੈਕਟ ਦੇ ਜਿਹੜੇ ਫਲੈਟ ਬਣ ਰਹੇ ਆ ਉਹਨਾਂ 'ਚ ਭਾਰੀ ਗੜਬੜੀ ਹੈ। CLU ਚਾਰਜਸ ਨਹੀਂ ਦਿੱਤੇ ਗਏ, ਨਕਸ਼ਾ ਪਾਸ ਨਹੀਂ ਕਰਵਾਇਆ ਗਿਆ, ਵੱਡੇ ਪੱਧਰ ਤੇ ਹੇਰਾਫੇਰੀ ਹੋਈ ਹੈ। ਨਵਜੋਤ ਸਿੱਧੂ ਨੇ ਉਸ ਵਕਤ ਦੇ DSP ਮਿਊਨਿਸਪਲ ਕਾਰਪੋਰੇਸ਼ਨ ਬਲਵਿੰਦਰ ਸੇਖੋਂ ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ। ਭਾਰਤ ਭੂਸ਼ਣ ਆਸ਼ੂ ਦਾ ਪ੍ਰੈਸ਼ਰ ਸੀ ਮੁੱਖ ਮੰਤਰੀ ਤੇ ਆਸ਼ੂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਭਾਰਤ ਭੂਸ਼ਣ ਆਸ਼ੂ ਟੈਲੀਫੋਨ ਕਰਦੇ ਆ DSP ਨੂੰ, ਚੰਗਾ ਮੰਦਾ ਬੋਲਦੇ ਆ, ਗਾਲਾਂ ਕੱਢਦੇ ਆ, ਧਮਕੀਆਂ ਦਿੰਦੇ ਆ। ਸੇਖੋਂ ਨੇ ਸਰਵਿਸ ਰੂਲਸ ਦੀ ਉਲੰਘਣਾ ਕੀਤੀ ਆ। ਉਹਨਾਂ ਨੇ ਸਰਕਾਰੀ ਫਾਈਲ ਫੋਟੋਸਟੈਟ ਕਰਾ ਕੇ ਆਪਣੇ ਕੋਲ ਕਿਉਂ ਰੱਖੀ ਹੋਈ ਆ, ਕਿਵੇਂ ਰੱਖੀ ਹੋਈ ਆ, ਇਹ ਤਾਂ ਬੜੀ ਵੱਡੀ ਕੁਤਾਹੀ ਆ, ਗੈਰ ਕਾਨੂੰਨੀ ਕੰਮ ਆ। ਇਸ ਕਰਕੇ ਅਦਾਲਤ ਨੂੰ ਚਾਹੀਦਾ ਕਿ DSP ਸੇਖੋਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਹੁਣ ਸਿੱਧੂ ਸਾਹਿਬ ਭੱਜ ਰਹੇ ਆ। ਪਹਿਲਾਂ ਬੜਾ ਛਾਤੀ ਠੋਕ ਕੇ ਕਹਿ ਰਹੇ ਸੀ ਕਿ ਸੰਤਰੀ ਹੋਵੇ ਜਾਂ ਮੰਤਰੀ ਹੋਵੇ ਸਭ ਕੋ ਠੋਕੂਗਾ, ਇਹ ਉਹਨਾਂ ਨੇ ਅਸੈਂਬਲੀ 'ਚ ਕਿਹਾ ਸੀ। ਤੇ ਆਸ਼ੂ ਨਾਲ ਝਗੜਾ ਬੜਾ ਉਹਨਾਂ ਦਾ ਲੰਬਾ ਚੱਲਿਆ। ਆਸ਼ੂ ਨੇ ਹੀ ਉਹਨਾਂ ਦਾ ਮਹਿਕਮਾ ਤਬਦੀਲ ਕਰਵਾਇਆ ਕੈਪਟਨ ਨੂੰ ਕਹਿ ਕੇ। ਉਦੋਂ ਬਾਅਦ 2 ਸਾਲ ਸਿੱਧੂ ਸਾਹਿਬ ਦਾ ਜਿਹੜਾ ਸਿਆਸੀ ਕੈਰੀਅਰ ਸੀ ਉਹ ਠੰਡੇ ਬਸਤੇ ਪੈ ਗਿਆ। ਮਾੜੇ ਦਿਨ ਆਸ਼ੂ ਦੇ ਚੱਲ ਰਹੇ ਆ, ਮਾੜੇ ਦਿਨ ਨਵਜੋਤ ਸਿੱਧੂ ਦੇ ਚੱਲ ਰਹੇ ਆ। ਉਸ ਫਾਈਲ ਦਾ ਕੀ ਹੋਇਆ ਜਿਹੜੀ ਮਿਸਿੰਗ ਹੋਈ ਸੀ? ਕਿ ਕੋਈ FIR ਦਰਜ ਹੋਈ ਸੀ? ਦੇਖੋ ਜੀ, ਬੜੀ ਹੈਰਾਨੀ ਵਾਲੀ ਗੱਲ ਆ, ਨਾ ਤਾਂ ਕੈਪਟਨ ਨੇ FIR ਦਰਜ ਕਰਾਈ। ਉਦੋਂ ਬਾਅਦ ਤੇ ਚਰਨਜੀਤ ਚੰਨੀ ਆ ਗਏ 3 ਮਹੀਨਿਆਂ ਲਈ, ਉਹਨਾਂ ਨੇ ਵੀ ਦਰਜ ਕਰਾਈ। ਹੁਣ ਭਗਵੰਤ ਮਾਨ ਸਰਕਾਰ ਆ ਗਈ ਤੇ ਅਮਨ ਅਰੋੜਾ ਇਹਦੇ, ਉਹਨਾਂ ਨੇ ਵੀ FIR ਦਰਜ ਨਹੀਂ ਕਰਾਈ। ਜੇਲ੍ਹ ਸਰਵ ਹੋਣਗੇ ਨਵਜੋਤ ਸਿੱਧੂ ਨੂੰ ਪਟਿਆਲੇ, ਉਹਨਾਂ ਨੂੰ ਆਉਣਾ ਪਏਗਾ। ਨਹੀਂ ਆਉਂਦੇ ਫਿਰ ਨਾਨ ਅਵੇਲੇਬਲ ਵਾਰੰਟ ਇਸ਼ੂ ਹੋ ਜਾਣਗੇ। ਨਮਸਕਾਰ, ਸਤਿ ਸ਼੍ਰੀ ਅਕਾਲ। ਨਿਊਜ਼ ਡੇਟਲਾਈਨ ਪੰਜਾਬ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਰਿਐਲਿਟੀ ਬਾਈਟਸ ਸ਼ੋਅ ਵਿੱਚ ਅੱਜ ਅਸੀਂ 2 ਸਾਬਕਾ ਮੰਤਰੀਆਂ ਬਾਰੇ ਗੱਲ ਕਰਨ ਜਾ ਰਹੇ ਹਾਂ। ਭਾਰਤ ਭੂਸ਼ਣ ਆਸ਼ੂ ਅਤੇ ਨਵਜੋਤ ਸਿੰਘ ਸਿੱਧੂ ਦੋਵੇਂ ਹੀ ਇਸ ਵਕਤ ਜੇਲ੍ਹ ਵਿੱਚ ਬੰਦ ਨੇ। ਭਾਰਤ ਭੂਸ਼ਣ ਆਸ਼ੂ ਤੇ ਟਰਾਂਸਪੋਰਟੇਸ਼ਨ ਸਕੈਂਡਲ ਮਾਮਲੇ ਵਿੱਚ ਜਿਹੜੇ ਇਲਜ਼ਾਮ ਲੱਗੇ ਨੇ ਉਸ ਮਾਮਲੇ ਵਿੱਚ ਉਹ ਜੇਲ੍ਹ ਵਿੱਚ ਬੰਦ ਨੇ, ਔਰ ਨਵਜੋਤ ਸਿੰਘ ਸਿੱਧੂ ਵੀ ਸਜ਼ਾ ਯਾਫਤਾ ਨੇ। ਲੇਕਿਨ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ। ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸੀ। ਲੁਧਿਆਣਾ ਦੇ ਗ੍ਰੈਂਡ ਮੈਨਰ ਹੋਮ ਪ੍ਰੋਜੈਕਟ ਵਿੱਚ CLU ਚੇਂਜ ਦਾ ਮਾਮਲਾ। ਲੇਕਿਨ ਫਿਲਹਾਲ ਇਸ ਪੂਰੇ ਮੁੱਦੇ ਤੇ, ਇਸ ਪੂਰੇ ਮਾਮਲੇ 'ਚ ਵਿਜੀਲੈਂਸ ਨੇ ਵੀ ਹਲੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਗੱਲ ਨਹੀਂ ਹੋ ਰਹੀ ਹੈ। ਪੂਰਾ ਮਾਮਲਾ ਕੀ ਸੀ ਔਰ ਹੁਣ ਉਸੇ ਮਾਮਲੇ ਵਿੱਚ ਨਵਜੋਤ ਸਿੰਘ ਸਿੱਧੂ ਨੇ ਗਵਾਹੀ ਦੇਣ ਤੋਂ ਇਨਕਾਰ ਕੀਤਾ। ਹਾਲਾਂਕਿ ਨਵਜੋਤ ਸਿੰਘ ਸਿੱਧੂ ਉਸ ਵਕਤ ਮੰਤਰੀ ਸਨ ਉਸ ਵਿਭਾਗ ਦੇ ਜਿਨ੍ਹਾਂ ਨੇ ਜਾਂਚ ਦੇ ਹੁਕਮ ਦਿੱਤੇ ਸੀ ਇਸ ਪੂਰੇ ਮਾਮਲੇ ਵਿੱਚ। ਔਰ ਇਸ ਪੂਰੇ ਮਾਮਲੇ ਵਿੱਚ ਗੱਲ ਕਰਨ ਲਈ ਸਾਡੇ ਨਾਲ ਸੀਨੀਅਰ ਜਰਨਲਿਸਟ ਰਜਿੰਦਰ ਤੱਗੜ ਜੀ ਜੁੜੇ ਹੋਏ ਨੇ। ਸੋ ਬਹੁਤ-ਬਹੁਤ ਸਵਾਗਤ ਤੱਗੜ ਜੀ ਇੱਕ ਵਾਰ ਫਿਰ ਰਿਐਲਿਟੀ ਬਾਈਟਸ। ਨਮਸਕਾਰ, ਸਤਿ ਸ੍ਰੀ ਅਕਾਲ ਦਰਸ਼ਕਾਂ ਨੂੰ ਜੀ। ਸੋ ਸਰ, ਸਭ ਤੋਂ ਪਹਿਲਾਂ ਇਨ ਸ਼ਾਰਟ ਪੂਰਾ ਮਾਮਲਾ ਤੁਹਾਡੇ ਤੋਂ ਜਾਨਣਾ ਚਾਹਾਂਗੇ। ਰਜਿੰਦਰ ਜੀ, ਇਸ ਤਰ੍ਹਾਂ ਹੈ ਕਿ 2018 ਦੇ ਵਿੱਚ ਇੱਕ ਸੋਸ਼ਲ ਐਕਟਿਵਿਸਟ ਕੁਲਦੀਪ ਸਿੰਘ ਖਹਿਰਾ ਨੇ ਸ਼ਿਕਾਇਤ ਕੀਤੀ ਕਿ ਗ੍ਰੈਂਡ ਮੈਨਰ ਹੋਮਸ ਪ੍ਰੋਜੈਕਟ ਦੇ ਜਿਹੜੇ ਫਲੈਟ ਬਣ ਰਹੇ ਆ ਉਹਨਾਂ 'ਚ ਭਾਰੀ ਗੜਬੜੀ ਹੈ। CLU ਚਾਰਜਸ ਨਹੀਂ ਦਿੱਤੇ ਗਏ, ਨਕਸ਼ਾ ਪਾਸ ਨਹੀਂ ਕਰਵਾਇਆ ਗਿਆ, ਵੱਡੇ ਪੱਧਰ ਤੇ ਹੇਰਾਫੇਰੀ ਹੋਈ ਹੈ, ਸਰਕਾਰ ਨੂੰ ਨੁਕਸਾਨ ਪਹੁੰਚਿਆ ਤੇ ਇਹਦੀ ਸ਼ਿਕਾਇਤ ਉਹਨਾਂ ਨੇ ਵੱਖ-ਵੱਖ ਲੈਵਲਸ ਤੇ ਕੀਤੀ। ਤੇ ਇੱਕ ਸ਼ਿਕਾਇਤ ਨਵਜੋਤ ਸਿੱਧੂ ਜਿਹੜੇ ਕਿ ਉਸ ਵਕਤ ਲੋਕਲ ਬਾਡੀਜ਼ ਮਿਨਿਸਟਰ ਸੀ ਉਹਨਾਂ ਕੋਲ ਵੀ ਪਹੁੰਚੀ। ਨਵਜੋਤ ਸਿੱਧੂ ਨੇ ਉਸ ਵਕਤ ਦੇ DSP ਮਿਊਨਿਸਪਲ ਕਾਰਪੋਰੇਸ਼ਨ ਬਲਵਿੰਦਰ ਸੇਖੋਂ ਨੂੰ
ਜਾਂਚ ਕਰਨ ਦੇ ਆਦੇਸ਼ ਦਿੱਤੇ। ਬਲਵਿੰਦਰ ਸੇਖੋਂ ਨੇ 2019 ਚ ਆਪਣੀ ਜਾਂਚ ਪੂਰੀ ਕਰ ਲਈ ਅਤੇ 30 ਪੇਜ ਦੀ ਰਿਪੋਰਟ ਜਿਹੜੀ ਕਿ ਸਾਡੇ ਕੋਲ ਇਸ ਵਕਤ ਹੈਗੀ ਆ ਉਹ ਨਵਜੋਤ ਸਿੱਧੂ ਨੂੰ ਭੇਜਤੀ। ਪਰ ਸਿਚੁਏਸ਼ਨ ਇਹ ਹੋਈ ਕਿ ਨਵਜੋਤ ਸਿੱਧੂ ਨੂੰ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨੇ ਮਹਿਕਮੇ ਚੋਂ ਕੱਢਤਾ, ਕੈਬਨਿਟ ਚੋਂ ਕੱਢਤਾ ਤੇ ਭਾਰਤ ਭੂਸ਼ਣ ਆਸ਼ੂ ਦਾ ਪ੍ਰੈਸ਼ਰ ਸੀ ਮੁੱਖ ਮੰਤਰੀ ਤੇ ਆਸ਼ੂ ਵਿਰੁੱਧ ਕੋਈ ਕਾਰਵਾਈ ਨਹੀਂ ਹੋਈ। ਗ੍ਰੈਂਡ ਮੈਨਰ ਹੋਮਸ ਪ੍ਰੋਜੈਕਟ ਦੇ ਬਾਰੇ ਕੋਈ ਕਾਰਵਾਈ ਨਹੀਂ ਹੋਈ। ਜਦੋਂ ਰਿਪੋਰਟ ਸਿੱਧੂ ਸਾਹਿਬ ਕੋਲ ਪਹੁੰਚਦੀ ਆ ਤੇ ਭਾਰਤ ਭੂਸ਼ਣ ਆਸ਼ੂ ਟੈਲੀਫੋਨ ਕਰਦੇ ਆ ਡੀਐਸਪੀ ਨੂੰ, ਚੰਗਾ ਮੰਦਾ ਬੋਲਦੇ ਆ, ਗਾਲਾਂ ਕੱਢਦੇ ਆ, ਧਮਕੀਆਂ ਦਿੰਦੇ ਆ, ਥ੍ਰੈਟ ਟੂ ਲਾਈਫ ਦਿੰਦੇ ਆ। ਉਹ ਸਾਰਾ ਕੁਝ ਡੀਐਸਪੀ ਸਾਹਿਬ ਰਿਕਾਰਡ ਕਰ ਲੈਂਦੇ ਆ। ਹੁਣ ਇੰਨੇ ਸਾਲਾਂ ਤੋਂ ਬਾਅਦ 2021 ਚ ਪ੍ਰੋਬੇਬਲੀ ਇਫ ਆਈ ਐਮ ਨਾਟ ਰੋਂਗ ਡੀਐਸਪੀ ਸੇਖੋਂ ਕੋਰਟ ਨੂੰ ਮੂਵ ਕਰਦੇ ਆ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਲੁਧਿਆਣਾ ਸੁਮਿਤ ਮੱਕੜ ਅਤੇ ਉਹਨਾਂ ਨੂੰ ਕਹਿੰਦੇ ਆ ਕਿ ਭਾਰਤ ਭੂਸ਼ਣ ਆਸ਼ੂ ਵਿਰੁੱਧ ਕ੍ਰਿਮੀਨਲ ਕੇਸ ਰਜਿਸਟਰ ਕਰਨ ਲਈ ਪੁਲਿਸ ਨੂੰ ਹਦਾਇਤ ਕੀਤੀ ਜਾਏ। ਨਾਲ ਹੀ ਉਹਨਾਂ ਕਿਹਾ ਕਿ ਨਵਜੋਤ ਸਿੱਧੂ ਨੂੰ ਗਵਾਹੀ ਦੇਣ ਵਾਸਤੇ ਬੁਲਾਇਆ ਜਾਏ ਕਿਉਂਕਿ ਮੈਨੂੰ ਧਮਕੀਆਂ ਉਦੋਂ ਮਿਲੀਆਂ ਜਦੋਂ ਮੈਂ ਰਿਪੋਰਟ ਨਵਜੋਤ ਸਿੱਧੂ ਨੂੰ ਸੌਂਪਤੀ ਤੇ ਉਸ ਰਿਪੋਰਟ ਦੇ ਵਿੱਚ ਜੋ ਕੁਝ ਲਿਖਿਆ ਸੀ ਉਹ ਇੱਕ ਵੱਡਾ ਕਾਰਨ ਸੀ ਆਸ਼ੂ ਦੇ ਗੁੱਸੇ ਲਈ ਜਿਹੜਾ ਉਹਦਾ ਬੇਸ ਬਣਿਆ। ਸੋ ਇਸ ਕਰਕੇ ਸਿੱਧੂ ਸਾਹਿਬ ਨੂੰ ਵੀ ਗਵਾਹੀ ਲਈ ਬੁਲਾਇਆ ਜਾਏ। ਪਰ ਤਾਜ਼ਾ ਸਥਿਤੀ ਇਹ ਹੈ ਕਿ 3 ਵਾਰੀ ਸੰਮਨ ਜਾ ਚੁੱਕੇ ਆ। 2 ਵਾਰੀ ਉਹਨਾਂ ਨੇ ਐਪਲੀਕੇਸ਼ਨ ਮੂਵ ਕੀਤੀ ਜੀ ਸੰਮਨ ਤੁਸੀਂ ਮੈਨੂੰ ਗਲਤ ਭੇਜਤੇ, ਮੇਰਾ ਤਾਂ ਕੋਈ ਰੋਲ ਹੀ ਨਹੀਂ, ਫਾਈਲ ਗੁੰਮ ਚੁੱਕੀ ਹੈ, ਫਾਈਲ ਰੀਕਨਸਟਰਕਟ ਹੀ ਨਹੀਂ ਹੋਈ। ਫਿਰ ਦੂਜੀ ਵਾਰੀ ਫਿਰ ਉਹਨਾਂ ਨੇ ਕੋਈ ਬਹਾਨਾ ਲਾਇਆ। ਹੁਣ ਤੀਜੀ ਵਾਰੀ ਨਵਜੋਤ ਸਿੱਧੂ ਨੇ ਜਦੋਂ ਸੰਮਨ ਨੂੰ ਗਏ ਉਹਨਾਂ ਨੇ ਐਪਲੀਕੇਸ਼ਨ ਮੂਵ ਕੀਤੀ 25 ਅਗਸਤ ਨੂੰ। ਉਹਨਾਂ ਨੇ ਕਿਹਾ ਜੀ ਮੇਰੀ ਜਾਨ ਨੂੰ ਖਤਰਾ, ਸਿਕਿਉਰਿਟੀ ਰੀਜ਼ਨਸ ਕਰਕੇ ਮੈਂ ਅਦਾਲਤ 'ਚ ਗਵਾਹੀ ਦੇਣ ਨਹੀਂ ਆ ਸਕਦਾ। ਐਪਲੀਕੇਸ਼ਨ ਤੇ ਫੈਸਲਾ 5 ਸਤੰਬਰ ਨੂੰ ਹੋਣਾ। ਅਗਲੀ ਤਰੀਕ ਅਦਾਲਤ ਦੇ ਵਿੱਚ 5 ਸਤੰਬਰ ਨੂੰ ਰੱਖੀ ਗਈ ਹੈ। ਸਰ ਨਵਜੋਤ ਸਿੰਘ ਸਿੱਧੂ ਅਸੀਂ ਜਾਣਦੇ ਹਾਂ ਜਦੋਂ ਮੰਤਰੀ ਸਨ ਸਥਾਨਕ ਸਰਕਾਰਾਂ ਬਾਰੇ ਉਸ ਵਕਤ ਬੜੀ ਬਿਆਨਬਾਜ਼ੀ, ਭ੍ਰਿਸ਼ਟਾਚਾਰ ਦੇ ਖਿਲਾਫ ਮੁਹਿੰਮ ਛੇੜਨ ਦੀ ਗੱਲ, ਸੰਤਰੀ ਹੋ ਜਾਂ ਮੰਤਰੀ ਸਭ ਕੋ ਠੋਕੂਗਾ। ਹੁਣ ਜਦੋਂ ਮੌਕਾ ਆਇਆ ਹੈ ਤਾਂ ਕਿਉਂ ਭੱਜ ਰਹੇ ਨੇ, ਕਿਉਂ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂ ਭਾਰਤ ਭੂਸ਼ਣ ਆਸ਼ੂ ਦੇ ਸਮਰਥਨ ਵਿੱਚ ਉਤਰੇ ਨਜ਼ਰ ਆ ਰਹੇ ਨੇ, ਕਿਉਂ ਗਵਾਹੀ ਤੋਂ ਬਚ ਰਹੇ ਨੇ ਔਰ ਉਲਟਾ ਡੀਐਸਪੀ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਦੇ ਖਿਲਾਫ ਹੀ ਉਹ ਕਾਰਵਾਈ ਦੀ ਮੰਗ ਕਰ ਰਹੇ ਨੇ, ਜਦਕਿ ਇਹ ਉਹੀ ਡੀਐਸਪੀ ਨੇ ਜਿਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਦੀ हिदायत तो बाद पूरे मामले की जांच की सी, जांच की रिपोर्ट नवजोत सिंह सिद्धू ਨੂੰ सौंपी सी और इस पूरे विवाद तो बाद ही वो डिसमिस भी होई सी। बिल्कुल ठीक है रजिंदर, ਤੁਸੀਂ ਡੀਐਸਪੀ ਸੇਖੋਂ ਚਾਹੁੰਦੇ ਆ ਕਿ ਸਿੱਧੂ ਸਾਹਿਬ ਆ ਕੇ ਕੋਰਟ 'ਚ ਇਹ ਤਸਦੀਕ ਕਰਨ ਕਿ ਮੈਨੂੰ ਰਿਪੋਰਟ ਮਿਲੀ ਸੀ, ਰਿਪੋਰਟ ਦੇ ਵਿੱਚ ਆ ਚੀਜ਼ਾਂ ਲਿਖੀਆਂ ਹੋਈਆਂ ਸੀ ਗ੍ਰੈਂਡ ਮੈਨਰ ਹੋਮਸ ਪ੍ਰੋਜੈਕਟ ਬਾਰੇ, ਉਹਦੇ ਵਿੱਚ ਆਸ਼ੂ ਜੀ ਬਾਰੇ ਆ ਕੁਝ ਲਿਖਿਆ ਗਿਆ ਸੀ। ਹੀ ਸ਼ੁੱਡ ਕਨਫਰਮ ਦੀ ਕੰਟੈਂਟਸ ਆਫ ਦੀ ਇਨਕੁਆਇਰੀ ਰਿਪੋਰਟ, ਕੇਸ ਫਾਈਲ ਜਿਹੜੀ ਸੀਗੀ। ਪਰ ਸਿੱਧੂ ਸਾਹਿਬ ਆਪਣਾ ਬਿਆਨ ਆਸ਼ੂ ਦੇ ਵਿਰੁੱਧ ਦੇਣ ਤੋਂ ਕਤਰਾ ਰਹੇ ਆ, ਭੱਜ ਰਹੇ ਆ। ਪੇਸ਼ ਹੋ ਕੇ ਗਵਾਹੀ ਤਾਂ ਕੀ ਦੇਣੀ ਸੀ, ਉਹਨਾਂ ਨੇ ਇੱਕ ਦਰਖਾਸਤ ਮੂਵ ਕਰਤੀ ਕੋਰਟ 'ਚ ਕਿ ਜੀ ਡੀਐਸਪੀ ਕਲੇਮ ਕਰ ਰਿਹਾ ਜਿਹੜੀ ਫਾਈਲ ਗੁੰਮੀ ਹੋਈ ਆ ਉਹਦੀ ਫੋਟੋ ਕਾਪੀ ਇਹਦੇ ਕੋਲ ਹੈਗੀ ਆ ਤੇ ਜੇ ਅਦਾਲਤ ਚਾਹੇ ਜਾਂ ਸਰਕਾਰ ਚਾਹੇ ਉਹ ਇਹ ਫੋਟੋ ਕਾਪੀ ਇਨਕੁਆਇਰੀ ਰਿਪੋਰਟ ਦੀ, ਕੇਸ ਫਾਈਲ ਦੀ ਸਰਕਾਰ ਨੂੰ ਤੇ ਅਦਾਲਤ ਨੂੰ ਦੇ ਸਕਦੇ ਆ। ਹੁਣ ਸਿੱਧੂ ਸਾਹਿਬ ਕਹਿੰਦੇ ਬਈ ਇਹ ਤਾਂ ਘੋਰ ਪਾਪ ਹੋ ਗਿਆ, ਸੇਖੋਂ ਨੇ ਸਰਵਿਸ ਰੂਲਸ ਦੀ ਉਲੰਘਣਾ ਕੀਤੀ ਆ, ਉਹਨਾਂ ਨੇ ਸਰਕਾਰੀ ਫਾਈਲ ਫੋਟੋ ਸਟੈਟ ਕਰਾ ਕੇ ਆਪਣੇ ਕੋਲ ਕਿਉਂ ਰੱਖੀ ਹੋਈ ਆ,
ਕਿਵੇਂ ਰੱਖੀ ਹੋਈ ਆ, ਇਹ ਤਾਂ ਬੜੀ ਵੱਡੀ ਕੁਤਾਹੀ ਆ, ਗੈਰ ਕਾਨੂੰਨੀ ਕੰਮ ਆ। ਇਸ ਕਰਕੇ ਅਦਾਲਤ ਨੂੰ ਚਾਹੀਦਾ ਕਿ ਡੀਐਸਪੀ ਸੇਖੋਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਕੀ ਮੰਨੀਏ ਸਰ, ਗਵਾਹੀ ਤਾਂ ਕੀ ਦੇਣੀ ਆ? ਨਵਜੋਤ ਸਿੰਘ ਸਿੱਧੂ ਦੀ ਜਿਹੜੇ ਬਿਆਨਬਾਜ਼ੀ ਸੀ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਕਰਨ ਦੀ ਗੱਲ ਸੀ, ਉਹ ਸਿਰਫ ਸੁਰਖੀਆਂ ਬਟੋਰਨ ਲਈ ਸੀ। ਉਸ ਵਕਤ ਮੰਤਰੀ ਸਨ ਔਰ 2022 ਦੀਆਂ ਚੋਣਾਂ ਵੀ ਹੋਣੀਆਂ ਸਨ। ਆਪਣੀ ਇੱਕ ਜਗ੍ਹਾ ਬਣਾਣੀ ਔਰ ਉੱਪਰ ਤੱਕ ਪਹੁੰਚਣਾ ਸਿਰਫ ਇਸ ਲਈ ਸੀ ਬਿਆਨਬਾਜ਼ੀ। ਔਰ ਅੱਜ ਜਦੋਂ ਮੌਕਾ ਆਇਆ ਹੈ ਕਿ ਇਸ ਪੂਰੇ ਮਾਮਲੇ ਵਿੱਚ, ਇਸ ਪੂਰੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਉਹ ਖੁੱਲ ਕੇ ਸਾਹਮਣੇ ਆ ਸਕਦੇ ਨੇ, ਗੱਲ ਕਰ ਸਕਦੇ ਨੇ, ਉਹ ਬਚ ਰਹੇ ਨੇ। ਮਨਾ ਹੀ ਕਰ ਦਿੱਤਾ ਔਰ ਸੁਰੱਖਿਆ ਕਾਰਨਾਂ ਤੇ ਹਵਾਲਾ ਦਿੱਤਾ ਹੈ। ਡੀਐਸਪੀ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਦਿੱਤੀ। ਹਾਂਜੀ ਬਿਲਕੁਲ। ਹੁਣ ਸਿੱਧੂ ਸਾਹਿਬ ਭੱਜ ਰਹੇ ਆ। ਪਹਿਲਾਂ ਬੜਾ ਛਾਤੀ ਠੋਕ ਕੇ ਕਹਿ ਰਹੇ ਸੀ ਕਿ ਸੰਤਰੀ ਹੋਵੇ ਜਾਂ ਮੰਤਰੀ ਹੋਵੇ ਸਭ ਕੋ ਠੋਕੂਗਾ, ਇਹ ਉਹਨਾਂ ਨੇ ਅਸੈਂਬਲੀ 'ਚ ਕਿਹਾ ਸੀ। ਤੇ ਆਸ਼ੂ ਨਾਲ ਝਗੜਾ ਬੜਾ ਉਹਨਾਂ ਨਾਲ ਲੰਬਾ ਚੱਲਿਆ। ਆਸ਼ੂ ਨੇ ਹੀ ਉਹਨਾਂ ਦਾ ਮਹਿਕਮਾ ਤਬਦੀਲ ਕਰਵਾਇਆ ਕੈਪਟਨ ਨੂੰ ਕਹਿ ਕੇ। ਉਦੋਂ ਬਾਅਦ 2 ਸਾਲ ਸਿੱਧੂ ਸਾਹਿਬ ਦਾ ਜਿਹੜਾ ਸਿਆਸੀ ਕਰੀਅਰ ਸੀ ਉਹ ਠੰਡੇ ਬਸਤੇ ਪੈ ਗਿਆ। ਤੇ ਹੁਣ ਦੇਖੋ, ਜਦੋਂ ਮੌਕਾ ਆਇਆ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਉਠਾਉਣ ਦਾ, ਆਪਣਾ ਰੋਲ ਅਦਾ ਕਰਨ ਦਾ, ਹੁਣ ਸਿੱਧੂ ਸਾਹਿਬ ਚੁੱਪ ਕਰੀ ਬੈਠੇ ਹੈ। ਇਨਡਾਇਰੈਕਟਲੀ ਉਹ ਆਸ਼ੂ ਨੂੰ ਸਪੋਰਟ ਕਰ ਰਹੇ ਆ। ਵਜ੍ਹਾ ਕੀ ਲੱਗਦੀ ਹੈ ਸਰ? ਆਸ਼ੂ ਦੇ ਵਿਰੁੱਧ ਐਵੀਡੈਂਸ ਨਹੀਂ ਦੇਣਾ ਚਾਹੁੰਦੇ। ਵਜ੍ਹਾ ਕੀ ਲੱਗਦੀ ਹੈ? ਕੀ ਵਜ੍ਹਾ ਹੋ ਸਕਦੀ ਹੈ ਇਸ ਦੀ? ਸਭ ਵਜ੍ਹਾ ਤਾਂ ਇਹੀ ਆ, ਹੁਣ ਦੋਨੋਂ ਐਡਵਰਸਿਟੀ 'ਚ ਆ। ਮਾੜੇ ਦਿਨ ਆਸ਼ੂ ਦੇ ਚੱਲ ਰਹੇ ਆ, ਮਾੜੇ ਦਿਨ ਨਵਜੋਤ ਸਿੱਧੂ ਦੇ ਚੱਲ ਰਹੇ ਆ। ਉਹ ਹੁਣ ਸੋਚਦੇ ਹੋਣੇ ਆ, ਚੱਲ ਬਈ ਉਹ ਵੀ ਫਸਿਆ, ਮੈਂ ਵੀ ਫਸਿਆ, ਇੱਕ ਦੂਜੇ ਦਾ ਹੋਰ ਮਾੜਾ ਕਿਉਂ ਕਰਨਾ। ਸੋ ਐਡਵਰਸਿਟੀ ਹੈਜ਼ ਬ੍ਰੌਟ them together। ਜਿਹੜੇ ਮਾੜਾ ਵਕਤ ਦੋਵਾਂ ਤੇ ਚੱਲ ਰਿਹਾ ਹੈ ਉਹਦੇ ਕਰਕੇ ਮੈਨੂੰ ਲੱਗਦਾ ਨਜ਼ਦੀਕ ਹੋ ਗਏ ਆ। ਅਦਰਵਾਈਜ਼ ਤਾਂ ਜੋ ਸਿੱਧੂ ਸਾਹਿਬ ਦਾ ਹੁਣ ਤੱਕ ਸਟੈਂਡ ਰਿਹਾ, ਸੋ ਐਂਟੀ ਕਰਪਸ਼ਨ, ਸੋ ਉਹਨਾਂ ਨੂੰ ਆਉਣਾ ਚਾਹੀਦਾ ਸੀ ਬੋਲਣ ਲਈ। ਹੁਣ ਉਹਨਾਂ ਦੇ ਡਬਲ ਸਟੈਂਡਰਡ ਸਰ, ਹੁਣ ਤੇ ਮੌਕਾ ਸੀ ਕਰਕੇ ਦਿਖਾਉਣ ਦਾ, ਪਰ ਸ਼ਾਇਦ ਹੁਣ ਜ਼ਰੂਰਤ ਨਹੀਂ ਹੈ। ਇਲੈਕਸ਼ਨ ਨਹੀਂ ਹੈ, ਵਿਧਾਨ ਸਭਾ ਚੋਣ ਉਹ ਹਾਰ ਚੁੱਕੇ ਨੇ, ਸ਼ਾਇਦ ਇਸ ਕਰਕੇ। ਹਾਂਜੀ, ਮੇਬੀ ਇਹ ਵੀ ਉਹਨਾਂ ਦੇ ਕੰਮ ਮਨ 'ਚ ਹੋ ਸਕਦਾ ਵੀ ਹੁਣ ਕੋਈ ਇੰਨੀ ਐਕਸੀਜੈਂਸੀ ਹੈ ਨਹੀਂ, ਜ਼ਰੂਰਤ ਹੈ ਨਹੀਂ ਕੋਈ ਬਿਆਨ ਦੇਣ ਦੀ ਜਾਂ ਕੋਈ ਇਹੋ ਜਿਹਾ ਲੋਕਾਂ 'ਚ ਸੰਦੇਸ਼ ਦੇਣ ਦੀ ਕਿ ਮੈਂ ਭ੍ਰਿਸ਼ਟ ਵਿਅਕਤੀਆਂ ਦੇ ਵਿਰੁੱਧ ਹਾਂ। ਸੋ ਉਹ ਆਪਣੀਆਂ ਫੈਂਸਿਸ ਮੈਂਡ ਕਰਨਾ ਚਾਹ ਰਹੇ ਹੋਣਗੇ ਆਸ਼ੂ ਨਾਲ। ਦਿਸ ਕੈਨ ਬੀ ਵਨ ਆਫ ਦੀ ਰੀਜ਼ਨ। ਤੁਸੀਂ ਠੀਕ ਕਿਹਾ। ਉਸ ਫਾਈਲ ਦਾ ਕੀ ਹੋਇਆ ਜਿਹੜੀ ਮਿਸਿੰਗ ਹੋਈ ਸੀ? ਕਿ ਕੋਈ FIR ਦਰਜ ਹੋਈ ਸੀ? ਦੇਖੋ ਜੀ, ਬੜੀ ਹੈਰਾਨੀ ਵਾਲੀ ਗੱਲ ਆ, ਨਾ ਤਾਂ ਕੈਪਟਨ ਨੇ FIR ਦਰਜ ਕਰਾਈ। ਉਦੋਂ ਬਾਅਦ ਚਰਨਜੀਤ ਚੰਨੀ ਆ ਗਏ 3 ਮਹੀਨਿਆਂ ਲਈ, ਉਹਨਾਂ ਨੇ ਵੀ ਨਹੀਂ ਦਰਜ ਕਰਾਈ। ਹੁਣ ਭਗਵੰਤ ਮਾਨ ਸਰਕਾਰ ਆ ਗਈ ਤੇ ਅਮਨ ਅਰੋੜਾ ਇਹਦੇ ਮੰਤਰੀ ਨੇ ਲੋਕਲ ਬਾਡੀਜ਼ ਦੇ, ਉਹਨਾਂ ਨੇ ਵੀ FIR ਦਰਜ ਨਹੀਂ ਕਰਾਈ। ਫਾਈਲ ਟ੍ਰੇਸ ਕਰਨ ਦਾ ਕੋਈ ਐਫਰਟ ਹੀ ਨਹੀਂ। ਤੇ ਜਿਹੜੇ ਪ੍ਰਿੰਸੀਪਲ ਸੈਕਟਰੀ ਟੂ CM ਨੇ ਇਸ ਵਕਤ, ਵੇਨੂ ਪ੍ਰਸਾਦ ਜੀ, ਉਹ ਉਸ ਵਕਤ ਲੋਕਲ ਬਾਡੀਜ਼ ਡਿਪਾਰਟਮੈਂਟ ਦੇ ਸੈਕਟਰੀ ਹੁੰਦੇ ਸੀ, ਪ੍ਰਿੰਸੀਪਲ ਸੈਕਟਰੀ। ਉਹਨਾਂ ਦੇ ਨੋਟਿਸ 'ਚ ਵੀ ਹੈ, ਉਹਨਾਂ ਨੂੰ ਵੀ ਅਦਾਲਤ 'ਚ ਬੁਲਾਇਆ ਗਿਆ ਕਿ ਜੀ ਤੁਸੀਂ ਬਿਆਨ ਦਿਓ। ਉਹ ਕਹਿੰਦੇ ਜੀ ਅਸੀਂ ਫਾਈਲ ਰੀਕਨਸਟਰਕਟ ਕਰਾ ਲਾਂਗੇ, ਪਰ ਹਜੇ ਤੱਕ ਰੀਕਨਸਟਰਕਟ ਕਰਾਉਣ ਲਈ ਫਾਈਲ ਕੋਈ ਐਫਰਟ ਨਹੀਂ ਕੀਤਾ ਗਿਆ। ਪਰ ਬਹੁਤੀ ਦੂਰ ਤਾਂ ਜਾਣ ਦੀ ਲੋੜ ਹੀ ਨਹੀਂ। ਰੀਕਨਸਟਰਕਟ ਕੀ ਕਰਨੀ ਆ? ਤੁਸੀਂ ਸੇਖੋਂ ਨੂੰ ਰਿਕੁਐਸਟ ਕਰੋ, ਤੁਹਾਨੂੰ ਬਣੀ ਤਣੀ ਫਾਈਲ ਦੇ ਦੂਗਾ, ਬਿਲਕੁਲ ਪੜ੍ਹ ਲਓ, ਉਹਦੇ ਬੇਸਿਸ ਤੇ ਤੁਸੀਂ ਆਪਣਾ ਐਵੀਡੈਂਸ ਕਲੈਕਟ ਕਰ ਲਓ, ਕਾਰਵਾਈ ਕਰ ਦਿਓ। ਫਾਈਲ ਦੀ ਕਾਪੀ ਨੂੰ ਲੈ ਕੇ ਡੀਐਸਪੀ ਸੇਖੋਂ ਦੇ ਖਿਲਾਫ ਕਾਰਵਾਈ ਦੀ ਗੱਲ ਕੀਤੀ ਜਾ ਰਹੀ ਹੈ ਕਿ ਉਹਨਾਂ ਨੇ ਇੱਕ ਜਿਹੜਾ ਪ੍ਰੋਟੋਕਾਲ ਹੁੰਦਾ ਹੈ ਉਹ ਤੋੜਿਆ। ਉਹਨਾਂ ਤੋਂ ਫਾਈਲ ਕਿਉਂ ਨਹੀਂ ਲੈ ਲਈ ਜਾਂਦੀ? ਯਾਨੀ ਕਿ ਇਹ ਟੁਲਮੁਲ ਰਵੱਈਆ ਹੈ। ਜਦੋਂ ਕਿਸੇ ਵੱਡੇ ਕੈਬਨਿਟ, ਸਾਬਕਾ ਕੈਬਨਿਟ ਮਿਨਿਸਟਰਸ ਹੋਣ ਜਾਂ ਵੱਡੇ ਅਧਿਕਾਰੀ ਹੋਣ, ਉਹਨਾਂ ਦੇ ਖਿਲਾਫ ਜਦੋਂ ਜਾਂਚ ਹੁੰਦੀ ਹੈ, ਸਰ ਫਾਈਲਾਂ ਕਿਉਂ ਗਾਇਬ ਹੋ ਜਾਂਦੀਆਂ ਨੇ? ਟਰਾਂਸਪੋਰਟੇਸ਼ਨ ਸਕੈਂਡਲ ਦੇ ਮਾਮਲੇ ਵਿੱਚ ਵੀ ਭਾਰਤ ਭੂਸ਼ਣ ਆਸ਼ੂ ਇਲਜ਼ਾਮਾਂ ਦੇ ਹੇਠ ਜੇਲ੍ਹ ਵਿੱਚ ਬੰਦ ਨੇ। 2 ਫਾਈਲਾਂ ਸੁਣਿਆ ਜਾ ਰਿਹਾ ਕਿ ਉਹਦੇ ਵਿੱਚ ਵੀ ਮਿਸਿੰਗ ਨੇ ਹੁਣ। ਹਾਂਜੀ ਰਜਿੰਦਰ ਜੀ, 2 ਫਾਈਲਾਂ। ਤਾਜ਼ਾ ਖਬਰ ਇਹ ਅੱਜ ਦੀ ਕਿ ਜਿਹੜੀਆਂ ਕਿ ਕਨੈਕਟਡ ਸੀ ਵਿਦ ਡਿਪਟੀ ਡਾਇਰੈਕਟਰ ਸਿੰਗਲਾ, ਜਿਹੜੇ ਕਿ ਭਾਰਤ ਭੂਸ਼ਣ ਆਸ਼ੂ ਦੇ ਬਹੁਤ ਹੀ ਚਹੇਤੇ ਸੀ, ਉਹਨਾਂ ਦੇ ਵਿਰੁੱਧ
6-7 ਚਾਰਜਸ਼ੀਟਾਂ ਪੈਂਡਿੰਗ ਸੀ, ਉਹਨਾਂ ਸਾਰੀਆਂ ਨੂੰ ਦਰਕਿਨਾਰ ਕਰਕੇ ਉਹਨਾਂ ਨੂੰ ਇੰਟਰਨਲ ਵਿਜੀਲੈਂਸ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ, ਉਹਨਾਂ ਨੂੰ ਟੈਂਡਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ, ਔਰ ਇਸ ਵਕਤ ਉਹ ਫਰਾਰ ਨੇ। ਉਹ ਪਰਮਾਨੈਂਟ ਰੈਜ਼ੀਡੈਂਸੀ ਲੈ ਕੇ ਕੈਨੇਡਾ ਜਾ ਚੁੱਕੇ ਆ। ਉਹਨਾਂ ਦੇ ਵਿਰੁੱਧ ਵੀ ਕਾਰਵਾਈ ਪੈਂਡਿੰਗ ਹੈ, ਉਹਨਾਂ ਨੂੰ ਡਿਸਮਿਸ ਕਰਤਾ ਗਿਆ। ਜਿਹੜੀਆਂ 2 ਫਾਈਲਾਂ ਉਹਨਾਂ ਨਾਲ ਕਨੈਕਟਡ ਸੀ, ਜਿਹਦੇ ਵਿੱਚ ਆਸ਼ੂ ਜੀ ਦਾ ਰੋਲ ਸਾਬਤ ਹੁੰਦਾ, ਕਨੈਕਸ਼ਨ ਸਾਬਤ ਹੁੰਦਾ, ਨੈਕਸਸ ਸਾਬਤ ਹੁੰਦਾ, ਉਹ ਐਸਟੈਬਲਿਸ਼ਮੈਂਟ ਡਿਪਾਰਟਮੈਂਟ ਬ੍ਰਾਂਚ ਚੋਂ ਮਹਿਕਮੇ ਦੀ ਚੋਰੀ ਹੋ ਚੁੱਕੀਆਂ, ਗਾਇਬ ਹੋ ਚੁੱਕੀਆਂ। ਤੇ ਅੱਜ ਗੁਰਕੀਰਤ ਕਿਰਪਾਲ IAS ਪ੍ਰਿੰਸੀਪਲ ਸੈਕਟਰੀ ਸਿਵਲ ਸਪਲਾਈਜ਼ ਡਿਪਾਰਟਮੈਂਟ ਨੇ ਚੰਡੀਗੜ੍ਹ ਪੁਲਿਸ ਨੂੰ ਲਿਖਿਆ ਕਿ FIR ਦਰਜ ਕਰੋ ਤੇ ਸਾਡੀਆਂ ਫਾਈਲਾਂ ਲਭਾਓ ਜੀ। ਇਹ ਫਾਈਲਾਂ ਦੇ ਵਿੱਚ ਹੋ ਸਕਦਾ ਆਸ਼ੂ ਵਿਰੁੱਧ ਹੋਰ ਮਸਾਲਾ ਮਿਲ ਜਾਂਦਾ, ਹੋਰ ਸਬੂਤ ਇਕੱਠੇ ਹੋ ਜਾਂਦੇ, ਵਿਜੀਲੈਂਸ ਦੇ ਹੱਥ ਲੱਗ ਜਾਂਦੇ। ਜੀ ਰਜਿੰਦਰ, ਟ੍ਰਾਂਸਪੋਰਟੇਸ਼ਨ ਸਕੈਂਡਲ ਦਾ ਕੀ ਸਟੇਟਸ ਹੈ ਸਰ ਇਸ ਵਕਤ? ਦੇਖੋ, ਲੇਟੈਸਟ ਗੱਲ ਤਾਂ ਇਹ ਆ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਵੀ ECIR ਨੂੰ ਕਹਿੰਦੇ ਇਨਕੁਆਇਰੀ ਰਜਿਸਟਰ ਕਰ ਲਈ। ਜਿੱਦਾਂ ਪੁਲਿਸ ਵਿਜੀਲੈਂਸ ਬਿਊਰੋ FIR ਕਰਦੀ ਹੈ ਰਜਿਸਟਰ, ਉਸੇ ਤਰ੍ਹਾਂ ED ECIR ਰਜਿਸਟਰ ਕਰਦੀ ਆ। ਸੋ ਉਹਨਾਂ ਨੇ ਮਨੀ ਲਾਂਡਰਿੰਗ ਐਕਟ ਥੱਲੇ, PMA ਦੇ ਥੱਲੇ ਜਾਂਚ ਸ਼ੁਰੂ ਕਰਤੀ ਆ। ਉਹਨਾਂ ਨੇ ਵਿਜੀਲੈਂਸ ਬਿਊਰੋ ਤੋਂ ਰਿਕਾਰਡ ਮੰਗਿਆ, ਐਵੀਡੈਂਸ ਮੰਗਿਆ ਕਿ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਆਸ਼ੂ ਦੀਆਂ ਪ੍ਰਾਪਰਟੀਆਂ ਬਾਰੇ, ਬੈਂਕ ਖਾਤਿਆਂ ਬਾਰੇ, ਪੈਸਿਆਂ ਬਾਰੇ। ਸੋ ਉਹ ਪ੍ਰੋਸੈਸ ਇੱਕ ਅਲੱਗ ਲੈਵਲ ਤੇ ਸ਼ੁਰੂ ਹੋ ਗਿਆ ED ਦਾ। ਕਿੰਨੇ ਪੈਸੇ ਬਾਹਰ ਗਏ, ਵਿਦੇਸ਼ਾਂ 'ਚ ਕਿੰਨੇ ਭੇਜੇ, ਉਹ ਸਾਰਾ ਜਿਹੜਾ ਮਨੀ ਟ੍ਰੇਲ ਆ ਉਹ ED ਦੇ ਅਧਿਕਾਰ ਖੇਤਰ 'ਚ ਆ। ਤੇ ਅੱਗੇ ਇਹ ਹੈ ਕਿ ਹਜੇ ਆਸ਼ੂ ਨੂੰ ਬੇਲ ਨਹੀਂ ਮਿਲੀ, ਹੋ ਸਕਦਾ ਕੁਝ ਦਿਨਾਂ 'ਚ ਬੇਲ ਮਿਲ ਜਾਏ, ਸੋ ਸੰਭਵ ਹੈ, ਪਰ ਹਜੇ ਬੇਲ ਨਹੀਂ ਮਿਲੀ। ਲੋਅਰ ਕੋਰਟ ਤੋਂ ਕੋਸ਼ਿਸ਼ ਕਰਨਗੇ, ਉੱਥੋਂ ਰਿਜੈਕਟ ਹੋਊਗੀ, ਫਿਰ ਹਾਈ ਕੋਰਟ ਆਉਣਗੇ। ਸੋ ਇਹ ਪ੍ਰੋਸੈਸ ਹੈਗਾ। ਸੋ ਇਨ ਦੀ ਮੀਨ ਟਾਈਮ ਵਿਜੀਲੈਂਸ ਬਿਊਰੋ ਆਪਣੀ ਤਫਤੀਸ਼ ਕਰ ਰਹੀ ਹੈ। ਦੇਖਣ ਵਾਲੀ ਗੱਲ ਹੈ ਕਿ ਕਿੰਨੇ ਸਮੇਂ 'ਚ ਉਹ ਚਾਰਜਸ਼ੀਟ ਫਾਈਲ ਕਰਦੀ ਆ, ਚਲਾਨ ਫਾਈਲ ਕਰਦੀ ਆ ਇਨ ਕੋਰਟ ਅਗੇਂਸਟ ਭਾਰਤ ਭੂਸ਼ਣ ਆਸ਼ੂ। ਜੀ, ਭਾਰਤ ਭੂਸ਼ਣ ਆਸ਼ੂ ਤੇ ਜਿਹੜੇ ਇਲਜ਼ਾਮ ਲੱਗੇ ਸਨ ਗ੍ਰੈਂਡ ਮੈਨਰ ਹੋਮ ਪ੍ਰੋਜੈਕਟ ਨੂੰ ਲੈ ਕੇ, CLU ਨੂੰ ਲੈ ਕੇ, ਸਰ ਹਲੇ ਉਹਦੇ ਉਸ ਮਾਮਲੇ ਵਿੱਚ ਹਲੇ ਤੱਕ ਕੋਈ FIR ਦਰਜ ਨਹੀਂ ਹੋਈ ਹੈ। ਬਿਲਕੁਲ ਤੁਸੀਂ ਠੀਕ ਕਿਹਾ ਜੀ, ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਟਰਾਂਸਪੋਰਟੇਸ਼ਨ ਸਕੈਂਡਲ ਰੀਸੈਂਟ ਸਾਹਮਣੇ ਆਇਆ, ਹੁਣੇ ਉਹਦਾ ਪਤਾ ਲੱਗਿਆ, ਡਿਸਕ੍ਰਿਪੈਂਸੀਜ਼ ਹੁਣੇ ਪਾਈਆਂ ਗਈਆਂ, FIR ਹੋ ਗਈ। ਪਰ ਜਿਹੜਾ ਮਾਮਲਾ 2018 ਤੋਂ ਸਰਕਾਰ ਦੀ ਨੋਟਿਸ 'ਚ ਲਿਆਂਦਾ ਗਿਆ, ਉਹਦੇ ਬਾਰੇ ਕੋਈ FIR ਨਹੀਂ, ਨੋਬਡੀ ਇਜ਼ ਇੰਟਰਸਟਿਡ। ਹੁਣ ਅੱਗੇ ਤੁਹਾਨੂੰ ਇਹ ਵੀ ਦੱਸ ਦਿਆਂ ਮੈਂ ਇੱਕ ਬਰੀਕੀ ਵਾਲੀ ਗੱਲ, ਜਿਹੜੀ ਕਿ ਮੈਨੂੰ ਕੁਲਦੀਪ ਸਿੰਘ ਖਹਿਰਾ ਨੇ ਦੱਸੀ ਕਿ CLU ਦੇ ਬਾਰੇ ਜਦੋਂ ਰੌਲਾ ਪਾਇਆ ਗਿਆ ਤੇ ਗ੍ਰੈਂਡ ਮੈਨਰ ਹੋਮਸ ਦੇ ਬਿਲਡਰ ਨੇ ਛੇਤੀ 81 ਲੱਖ ਰੁਪਏ ਜਮ੍ਹਾਂ ਕਰਾਤਾ ਵੀ ਰੌਲਾ ਨਾ ਪਵੇ। CLU ਜਮ੍ਹਾਂ ਕਰਾਤਾ ਜੀ, ਚਾਰਜ ਜਮ੍ਹਾਂ ਕਰਾਤਾ। ਕੀ ਇਹ CLU ਜਿਹੜਾ ਫੀਸ ਜਮ੍ਹਾਂ ਕਰਾਈ ਗਈ ਉਸੇ ਜ਼ਮੀਨ ਦੇ ਲਈ ਸੀ ਜਿਸ ਵਿੱਚ ਭ੍ਰਿਸ਼ਟਾਚਾਰ ਦੇ ਇਲਜ਼ਾਮ? ਇੰਟਰਸਟਿੰਗ ਚੀਜ਼ ਸਾਹਮਣੇ ਆਈ ਹੈ। ਦੇਖੋ, ਜਿਹੜੀ ਜ਼ਮੀਨ ਤੇ ਫਲੈਟ ਬਣੇ ਆ ਜਾਂ ਬਣਾਏ ਜਾ ਰਹੇ ਆ ਅੰਡਰ ਕੰਸਟਰਕਸ਼ਨ ਨੇ, ਉਹਦਾ ਇੱਕ ਥੋੜਾ ਜਿਹਾ ਹਿੱਸਾ ਤਾਂ ਬਿਲਡਰ ਦੇ ਨਾਂ ਤੇ ਮਲਕੀਅਤ ਹੈਗੀ ਆ। ਬਾਕੀ ਜ਼ਮੀਨ ਦੀ ਮਲਕੀਅਤ ਜਿਹੜੀ ਆ ਉਹ ਹਜੇ ਬਿਲਡਰ ਦੇ ਨਾਂ ਤੇ ਹੀ ਨਹੀਂ, ਉਹ ਐਗਰੀਕਲਚਰਿਸਟ ਦੇ ਨਾਂ ਤੇ ਹੈ, ਐਗਰੀਕਲਚਰ ਲੈਂਡ ਹੈ। ਬਿਲਡਰ ਨੇ CLU ਦੇ ਪੈਸੇ ਭਰਤੇ, ਉਹ ਜਿਹੜੇ ਖਸਰਾ ਨੰਬਰ ਹੈ, ਉਹ ਖਸਰਾ ਨੰਬਰ ਗ੍ਰੈਂਡ ਮੈਨਰ ਹੋਮਸ ਦੀ ਜਿਹੜੀ ਲੈਂਡ ਹੈ ਉਹਦੇ ਨਾਲ ਟੈਲੀ ਨਹੀਂ ਕਰਦੇ, ਉਹ ਕਿਸੇ ਹੋਰ ਜ਼ਮੀਨ ਦਾ ਹੀ ਨੰਬਰ ਦੇ ਦਿੱਤੇ। ਸੋ ਦਿਸ ਇਜ਼ ਅਨਦਰ ਥਿੰਗ ਵਿਚ ਨੀਡਸ ਟੂ ਬੀ ਪ੍ਰੋਬਡ, ਜਿਹਦੀ ਜਾਂਚ ਹੋਣੀ ਚਾਹੀਦੀ ਆ। ਜੀ ਰਜਿੰਦਰ ਸਰ, ਇਹ ਵੀ ਜਾਨਣਾ ਚਾਹਾਂਗੇ, ਹੁਣ ਜਦੋਂ ਠੀਕ ਹੈ ਵਿਜੀਲੈਂਸ ਜਿਸ ਤਰ੍ਹਾਂ ਵਿਜੀਲੈਂਸ ਵਿਭਾਗ ਐਕਸ਼ਨ ਵਿੱਚ ਨਜ਼ਰ ਆ ਰਿਹਾ ਹੈ, तमाम ਸਾਬਕਾ ਮੰਤਰੀਆਂ ਦੇ ਖਿਲਾਫ ਨਕੇਲ ਕਸੀ ਹੋਈ ਹੈ,
ਭਾਰਤ ਭੂਸ਼ਣ ਆਸ਼ੂ, ਸਾਧੂ ਸਿੰਘ ਧਰਮਸੋਤ ਔਰ ਮੰਨਿਆ ਜਾ ਰਿਹਾ ਕਿ ਕੁਝ ਹੋਰ ਮੰਤਰੀਆਂ ਦੇ ਖਿਲਾਫ ਵੀ ਕਾਰਵਾਈ ਕਰਨ ਦੀ ਤਿਆਰੀ ਵਿਜੀਲੈਂਸ ਵਿਭਾਗ ਕਰ ਰਿਹਾ। ਠੀਕ ਹੈ, ਜਾਂਚ ਹੋ ਰਹੀ ਹੈ, ਲੇਕਿਨ ਜਦੋਂ ਅਜੇ ਮਾਮਲੇ ਹੁੰਦੇ ਨੇ, ਫਾਈਲਾਂ ਗਾਇਬ ਹੋ ਜਾਂਦੀਆਂ ਨੇ, ਗਵਾਹ ਜਿਹੜੇ ਨੇ ਨਵਜੋਤ ਸਿੰਘ ਸਿੱਧੂ ਵਰਗੇ ਜਿਹੜੇ ਕਿ ਆ ਸਕਦੇ ਨੇ ਸਾਹਮਣੇ, ਗੱਲ ਕਰਦੇ ਸੀ ਵੱਡੀਆਂ ਵੱਡੀਆਂ, ਮੁੱਕਰ ਜਾਂਦੇ ਨੇ। ਐਸੇ ਮਾਮਲਿਆਂ ਵਿੱਚ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਿਵੇਂ ਹੋਏਗੀ? ਦੇਖੋ ਰਜਿੰਦਰ ਜੀ, ਵਿਜੀਲੈਂਸ ਬਿਊਰੋ ਦਾ ਕੰਮ ਹੈ ਕਿ ਇਨਵੈਸਟੀਗੇਸ਼ਨ ਕਰਕੇ ਸਬੂਤ ਇਕੱਠੇ ਕਰਕੇ ਇੱਕ ਚਲਾਨ ਦੇ ਰੂਪ ਚ ਕੋਰਟ ਦੇ ਸਾਹਮਣੇ ਰੱਖ ਦੇਣਾ। ਹੁਣ ਅੱਗੇ ਅਦਾਲਤ ਦਾ ਕੰਮ ਹੈ ਕਿ ਉਸ ਐਵੀਡੈਂਸ ਨੂੰ ਐਗਜ਼ਾਮਿਨ ਕਰੇ, ਗਵਾਹਾਂ ਨੂੰ ਐਗਜ਼ਾਮਿਨ ਕਰੇ, ਤੇ ਨਾਲ ਦੀ ਨਾਲ ਜਿਹੜਾ ਅਕਿਊਜ਼ਡ ਆ ਉਹਨੂੰ ਡਿਫੈਂਸ ਲਈ ਮੌਕਾ ਦਿੱਤਾ ਜਾਏ, ਉਹਦੇ ਵਕੀਲ ਨੂੰ ਜਿਹੜਾ ਵਿਟਨੈਸਿਸ ਜਾਂ ਐਵੀਡੈਂਸ ਪੇਸ਼ ਕੀਤਾ ਵਿਜੀਲੈਂਸ ਨੇ ਉਹਨੂੰ ਕ੍ਰਾਸ ਚੈੱਕ, ਕ੍ਰਾਸ ਕੁਐਸਚਨਿੰਗ ਕਰਨ ਦੇ ਲਈ ਇੱਕ ਮੌਕਾ ਦਿੱਤਾ ਜਾਂਦਾ ਹੈ ਡਿਫੈਂਸ ਨੂੰ। ਜਦੋਂ ਇਹ ਪੂਰਾ ਹੋ ਜਾਂਦਾ ਪ੍ਰੋਸੈਸ, ਫਿਰ ਆਰਗੂਮੈਂਟ ਹੁੰਦੇ ਆ ਦੋਨਾਂ ਧਿਰਾਂ ਦੇ ਵਕੀਲਾਂ 'ਚ। ਆਰਗੂਮੈਂਟਸ ਹੋਣ ਤੋਂ ਬਾਅਦ ਕੋਰਟ ਆਪਣਾ ਫੈਸਲਾ ਸੁਣਾਉਂਦੀ ਹੈ। ਹੁਣ ਇਹ ਬੜੇ ਟੈਕਨੀਕਲ ਰੀਜ਼ਨਸ ਆ ਕਿ ਕਈ ਵਾਰੀ ਦੋਸ਼ੀ ਜਿਹੜੇ ਉਹ ਬਚ ਜਾਂਦੇ ਆ ਕਿਉਂਕਿ ਕੁਝ ਗਵਾਹ ਮੁੱਕਰ ਜਾਂਦੇ ਆ, ਕੋਈ ਐਵੀਡੈਂਸ ਡਿਸਕ੍ਰਿਪੈਂਸੀ ਹੁੰਦੀ ਆ, ਘਾਟ ਹੁੰਦੀ ਹੈ ਐਵੀਡੈਂਸ ਦੇ ਵਿੱਚ। ਸੋ ਬੜੇ ਰੀਜ਼ਨਸ ਨੇ ਟੈਕਨੀਕਲ, ਕਾਨੂੰਨੀ, ਜਿਨ੍ਹਾਂ ਕਰਕੇ ਕਈ ਵਾਰੀ ਜਿਹੜੇ ਦੋਸ਼ੀ ਆ ਉਹ ਬਚ ਜਾਂਦੇ ਆ, ਬਰੀ ਹੋ ਜਾਂਦੇ। ਜੀ ਰਜਿੰਦਰ ਜੀ, ਹੁਣ ਇੱਕ ਵਾਰ ਫਿਰ ਤੋਂ ਜਿਹੜਾ ਨਵਜੋਤ ਸਿੰਘ ਸਿੱਧੂ ਔਰ ਭਾਰਤ ਭੂਸ਼ਣ ਆਸ਼ੂ ਦਾ ਮਸਲਾ ਹੈ, ਔਰ ਜਿਸ ਵਿੱਚ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਵੀ ਸ਼ਾਮਿਲ ਨੇ ਜਿਸ ਮਸਲੇ ਵਿੱਚ, ਉਹ ਕੋਰਟ ਵਿੱਚ ਗਵਾਹੀ ਦੇਣ ਨੂੰ ਲੈ ਕੇ ਹੁਣ ਇਸ ਪੂਰੇ ਮਾਮਲੇ ਵਿੱਚ ਹੋਏਗਾ ਕੀ? ਜਦੋਂ ਨਵਜੋਤ ਸਿੰਘ ਸਿੱਧੂ ਇੱਕ ਵਾਰ ਫਿਰ ਕਹਿ ਰਹੇ ਨੇ ਕਿ ਮੈਂ ਨਹੀਂ ਆ ਸਕਦਾ, ਮੈਨੂੰ ਬੁਲਾਣਾ ਬੇਮਾਨੀ, ਔਰ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋ ਦੇ ਖਿਲਾਫ ਕਾਰਵਾਈ ਕੀਤੀ ਜਾਏ, ਇਹ ਪੂਰਾ ਮਾਮਲਾ ਕੀ ਕਰਵਟ ਲੈ ਸਕਦਾ ਹੈ? ਦੇਖੋ, ਇਹ ਹੁਣ ਨੈਕਸਟ ਪੋਸੀਬਿਲਿਟੀ ਰਜਿੰਦਰ ਜੀ ਇਹ ਹੈ, ਜੇ ਉਹ ਤੀਜੀ ਵਾਰੀ ਵੀ ਉਹਨਾਂ ਦੀ ਐਪਲੀਕੇਸ਼ਨ ਰਿਜੈਕਟ ਹੋ ਜਾਂਦੀ ਆ, then the next course of action for the court is to issue bailable warrants। ਉਹ ਵਾਰੰਟ ਇਸ਼ੂ ਹੋਣਗੇ, ਜੇਲ੍ਹ 'ਚ ਸਰਵ ਹੋਣਗੇ ਨਵਜੋਤ ਸਿੱਧੂ ਨੂੰ ਪਟਿਆਲੇ, ਉਹਨਾਂ ਨੂੰ ਆਉਣਾ ਪਏਗਾ। ਨਹੀਂ ਆਉਂਦੇ ਫਿਰ ਨਾਨ ਬੇਲੇਬਲ ਵਾਰੰਟ ਇਸ਼ੂ ਹੋ ਜਾਣਗੇ। ਫਿਰ ਪੁਲਿਸ ਨੂੰ ਹਦਾਇਤ ਕੀਤੀ ਜਾਏਗੀ ਕਿ ਉਹਨਾਂ ਨੂੰ ਫੜ ਕੇ ਸਾਡੇ ਸਾਹਮਣੇ ਪੇਸ਼ ਕੀਤਾ ਜਾਏ ਕੋਰਟ ਦੇ। ਹੁਣ ਦੇਖੋ, ਜੇ ਤਾਂ ਨਵਜੋਤ ਸਿੱਧੂ ਸਿਆਣੇ ਆ, ਉਹਨਾਂ ਦੇ ਵਕੀਲ ਸਿਆਣੇ ਆ, ਉਹ ਬੇਲੇਬਲ ਵਾਰੰਟਸ ਜਦੋਂ ਇਸ਼ੂ ਹੋ ਜਾਂਦੇ ਆ ਤੇ ਉਹ ਅਪੀਅਰ ਹੋ ਜਾਣ, ਤੇ ਜੇ ਨਹੀਂ ਹੁੰਦੇ ਫਿਰ ਉਹਨਾਂ ਨੂੰ ਜ਼ਬਰਦਸਤੀ ਲਿਆਂਦਾ ਜਾਏਗਾ ਵਿਦ ਕੋਅਰਸਿਵ ਮੈਥਡ, ਤੇ ਜਾਂ ਫਿਰ ਉਹਨਾਂ ਕੋਲ ਅਗਲੀ ਲੀਗਲ ਰੈਮਡੀ ਇਹ ਆ, ਉਹ ਸਮਨਸ ਨੂੰ ਹਾਈ ਕੋਰਟ ਚੈਲੰਜ ਕਰ ਲੈਣ ਵੀ ਮੈਨੂੰ ਸਮਨ ਕਿਉਂ ਕੀਤਾ ਜਾ ਰਿਹਾ, ਮੈਂ ਗਵਾਹੀ ਦੇਣ ਲਈ ਤਿਆਰ ਨਹੀਂ। ਫਿਰ ਹਾਈ ਕੋਰਟ ਫੈਸਲਾ ਦੇ ਦੂਗੀ ਵੀ ਤੇਰੀ ਗਵਾਹੀ ਜ਼ਰੂਰੀ ਆ, ਨਹੀਂ ਜ਼ਰੂਰੀ, ਤੈਨੂੰ ਸਮਨ ਸਰਵ ਹੋਏ ਆ ਤੇ ਤੈਨੂੰ ਜਾਣਾ ਚਾਹੀਦਾ, ਦੈਨ ਦੀ ਹਾਈ ਕੋਰਟ ਕੈਨ ਡਿਸਾਈਡ। ਤੇ ਹੋਰ ਇਹਨਾਂ ਕੋਲ ਸਿੱਧੂ ਸਾਹਿਬ ਕੋਲ ਕੋਈ ਚਾਰਾ ਨਹੀਂ, ਜਾਂ ਤਾਂ ਪਹੁੰਚਣ, ਜਾਂ ਪੁਲਿਸ ਲੈ ਕੇ ਜਾਏ, ਜਾਂ ਫਿਰ ਹਾਈ ਕੋਰਟ ਦੇ ਵਿੱਚ ਐਪਲੀਕੇਸ਼ਨ ਪਾਉਣ, ਪਟੀਸ਼ਨ ਪਾਉਣ ਕਿ ਜੀ ਮੈਨੂੰ ਨਾ ਸੱਦਿਆ ਜਾਏ। ਜੀ ਰਜਿੰਦਰ, ਬਿਲਕੁਲ ਠੀਕ ਹੈ। ਤਗੜ ਸਰ, ਬਹੁਤ ਬਹੁਤ ਸ਼ੁਕਰੀਆ ਇਸ ਚਰਚਾ ਵਿੱਚ ਜੁੜਨ ਲਈ, ਔਰ ਵੇਖਣਾ ਹੋਏਗਾ ਕਿ ਇਹ ਪੂਰਾ ਮਾਮਲਾ ਕੀ ਕਰਵਟ ਲੈਂਦਾ ਹੈ, ਕਿਉਂਕਿ 5 ਸਤੰਬਰ ਦੀ ਡੇਟ ਜਿਹੜੀ ਹੈ ਉਹ ਮੁਕਰਰ ਹੋਈ ਹੈ ਅਦਾਲਤ ਵਿੱਚ। ਸ਼ੁਕਰੀਆ ਸਰ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਸੋ ਰਿਐਲਿਟੀ ਬਾਈਟ ਸ਼ੋ ਦੇਖਣ ਲਈ ਧੰਨਵਾਦ। ਇੱਕ ਹੋਰ ਮੁੱਦੇ ਦੇ ਨਾਲ ਫਿਰ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ।